ਸਭ ਤੋਂ ਪਹਿਲਾਂ ਸਾਰੀ ਹੀ ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਤੁਸੀਂ ਸਾਰੇ ਹੀ ਜਾਣਦੇ ਹੋ ਕਿ 30 ਨਵੰਬਰ ਦਾ ਦਿਨ ਪੂਰੀ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋ ਆਪ ਸਭਨਾਂ ਨੂੰ ਵੀ ਸਿੱਖ ਧਰਮ ਦੇ ਬਾਨੀ, ਇਲਾਹੀ ਗਿਆਨ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਨੇ। ਗੁਰੂ ਜੀ ਦਾ ਦੇਣ ਅਸੀਂ ਚਾਹ ਕੇ ਵੀ ਨਹੀਂ ਦੇ ਸਕਦੇ। ਉਹ ਸਿੱਖਿਆਵਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ ਸਾਨੂੰ ਹੋਰ ਕਿਤੋਂ ਵੀ ਨਹੀਂ ਮਿਲ ਸਕਦੀਆਂ, ਤੇ ਉਹਨਾਂ ਸਿੱਖਿਆਵਾਂ ਦਾ ਜੋ ਅਸਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋ ਸਕਦਾ ਹੈ ਉਹ ਹੋਰ ਕਿਸੇ ਸਿੱਖਿਆ ਦਾ ਨਹੀਂ ਹੋ ਸਕਦਾ। ਦੁਨਿਆਵੀ ਗਿਆਨ ਦੇ ਨਾਲ ਭਰੀਆਂ ਹੋਈਆਂ ਅਨੇਕਾਂ ਕਿਤਾਬਾਂ ਨੇ, ਕਰੋੜਾਂ ਕਿਤਾਬਾਂ ਨੇ ਜਿਹੜੀਆਂ ਅਸੀਂ ਪੜ੍ਹ ਸਕਦੇ ਹਾਂ। ਉਹ ਸਾਰੀਆਂ ਸਾਨੂੰ ਦੁਨੀਆ ਦੇ ਨਾਲ ਜੋੜਦੀਆਂ ਨੇ, ਮਾਇਆ ਦੇ ਨਾਲ ਜੋੜਦੀਆਂ ਨੇ। ਸਾਡਾ ਮੁੱਖ ਮੰਤਵ ਜ਼ਿੰਦਗੀਆਂ ਦੇ ਵਿੱਚ ਖੁਸ਼ੀ ਹਾਸਲ ਕਰਨ ਦਾ ਹੁੰਦਾ ਹੈ, ਸੰਤੁਸ਼ਟੀ ਹਾਸਲ ਕਰਨ ਦਾ ਹੁੰਦਾ ਹੈ, ਤੇ ਉਹ ਸਭ ਕਿਤਾਬਾਂ ਇਸੇ ਚੀਜ਼ ਦੇ ਨਾਲ ਹੀ ਭਰੀਆਂ ਪਈਆਂ ਨੇ ਕਿ ਕਿਸ ਪ੍ਰਕਾਰ ਤੁਸੀਂ ਵੱਧ ਤੋਂ ਵੱਧ ਧਨ ਦੌਲਤ, ਵੱਧ ਤੋਂ ਵੱਧ ਤਰੱਕੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰਨੀਆਂ ਨੇ, ਜਿਹੜੀਆਂ ਕਿ ਅਖੀਰ ਦੇ ਵਿੱਚ ਤੁਹਾਨੂੰ ਖੁਸ਼ੀ ਜਾਂ ਸੰਤੁਸ਼ਟੀ ਹੀ ਦੇਣਗੀਆਂ। ਉਹਨਾਂ ਦਾ ਅਸਰ ਪਰ ਉਲਟਾ ਹੁੰਦਾ ਹੈ। ਜਦੋਂ ਅਸੀਂ ਉਹਨਾਂ ਨੂੰ ਹਾਸਲ ਕਰ ਲੈਂਦੇ ਹਾਂ ਤਾਂ ਸਾਡੀ ਤਮੰਨਾ ਹੋਰ ਵੱਧ ਜਾਂਦੀ ਹੈ ਤੇ ਸਾਨੂੰ ਖੁਸ਼ੀ ਤੇ ਸੰਤੁਸ਼ਟੀ ਮਿਲਦੀ ਹੀ ਨਹੀਂ। ਪਰ ਜਿਹੜੇ ਰਾਹ ਤੇ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੋਰਿਆ ਹੈ, ਉਸ ਰਾਹ ਦੇ ਉੱਤੇ ਜੇਕਰ ਅਸੀਂ ਚੰਗੀ ਤਰ੍ਹਾਂ ਨਾਲ ਚੱਲ ਪਈਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਾਗੂ ਕਰ ਲਈਏ, ਤਾਂ ਸਾਡੇ ਅੰਦਰੋਂ ਨਾ ਸਿਰਫ ਡਰ ਮੁੱਕ ਜਾਂਦੇ ਨੇ, ਵਿਕਾਰ ਮੁੱਕ ਜਾਂਦੇ ਨੇ, ਬਲਕਿ ਅਸੀਂ ਪੂਰਨ ਸੰਤੁਸ਼ਟੀ ਹਾਸਲ ਕਰ ਲੈਂਦੇ ਹਾਂ। ਅੱਜ ਦੀ ਵੀਡੀਓ ਇਹ ਕਾਫੀ ਖਾਸ ਹੈ, ਕਿਉਂਕਿ ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋਵੋਗੇ ਕਿ ਸਾਡੇ ਕਿਸਾਨ ਭਰਾ ਭੈਣਾਂ ਮਾਤਾਵਾਂ ਮੌਜੂਦਾ ਸਰਕਾਰ ਦੇ ਖਿਲਾਫ ਅੰਦੋਲਨ ਵਿੱਢੀ ਬੈਠੇ ਹਨ। ਇੱਥੇ ਖਾਸ ਇਸ ਕਰਕੇ ਹੈ ਕਿਉਂਕਿ ਕਿਸੇ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਵਰਗੇ ਜ਼ਾਲਮ ਸ਼ਾਸਕਾਂ ਦੇ ਖਿਲਾਫ ਅੰਦੋਲਨ ਵਿੱਢਿਆ ਸੀ, ਜਾਂ ਫਿਰ ਉਸ ਵਕਤ ਪ੍ਰਚਲਿਤ ਮਾੜੀਆਂ ਵਿਧੀਆਂ ਦੇ ਖਿਲਾਫ ਅੰਦੋਲਨ ਵਿੱਢੇ ਸਨ। ਉਹਨਾਂ ਦਾ ਤਰੀਕਾ ਵੱਖਰਾ ਸੀ, ਪਰ ਭਾਵ ਸੇਮ ਸੀ ਕਿ ਜੇ ਕੁਝ ਗਲਤ ਹੋ ਰਿਹਾ ਹੈ ਤਾਂ ਗਲਤ ਦੇ ਖਿਲਾਫ ਆਵਾਜ਼ ਉਠਾਉਣ ਦੀ ਹਿੰਮਤ ਸੀ। ਤੇ ਅੱਜ ਦੇ ਸ਼ਾਸਕ ਗਲਤ ਕਰ ਰਹੇ ਨੇ, ਉਹਨਾਂ ਦੇ ਖਿਲਾਫ ਆਵਾਜ਼ ਉਠਾਉਣ ਦੀ ਹਿੰਮਤ ਸਾਡੇ ਕਿਸਾਨ ਸਾਥੀ ਕਰ ਰਹੇ ਨੇ। ਤਾਂ ਇਹ ਸਾਡੇ ਖੂਨ ਦੀ ਗੱਲ ਹੈ, ਸਾਡੇ ਖੂਨ 'ਚ ਉਹ ਦਲੇਰੀ ਹੈ, ਸਾਡੇ ਖੂਨ ਦੇ ਵਿੱਚ ਉਹ ਜੁਰਤ ਹੈ, ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਕਿ ਅਸੀਂ ਗਲਤ ਨੂੰ ਗਲਤ ਕਹਿ ਸਕਦੇ ਹਾਂ। ਸਮੇਂ-ਸਮੇਂ ਸਿਰ ਪੰਜਾਬ ਦੀ ਧਰਤੀ ਤੋਂ ਵਿਦਰੋਹ ਉੱਠਦੇ ਰਹੇ ਨੇ। ਦੂਰ ਇਤਿਹਾਸ ਦੇ ਵਿੱਚ ਜੇਕਰ ਅਸੀਂ ਝਾਤੀ ਮਾਰੀਏ ਤਾਂ ਪੋਰਸ ਦਾ ਨਾਮ ਜ਼ਿਹਨ ਦੇ ਵਿੱਚ ਆਉਂਦਾ ਹੈ। 326 BC ਦੇ ਆਸ-ਪਾਸ, ਇਹ ਜੋ ਹੁਣ 2020 ਸਾਲ ਚੱਲ ਰਿਹਾ ਹੈ, ਇਸ ਤੋਂ ਵੀ 326 ਸਾਲ ਪਹਿਲਾਂ ਦੀ ਗੱਲ ਹੈ। ਉਸ ਵਕਤ ਸਿਕੰਦਰ ਨੇ ਭਾਰਤ ਦੇ ਉੱਤੇ ਚੜ੍ਹਾਈ ਕੀਤੀ ਸੀ, ਪੰਜਾਬ ਦੇ ਰਸਤੇ ਭਾਰਤ ਦੇ ਵਿੱਚ ਦਾਖਲ ਹੋਇਆ ਸੀ, ਤਾਂ ਪੋਰਸ ਨੇ ਉਹਦੇ ਨਾਲ ਟੱਕਰ ਲਈ ਸੀ। ਹਾਲਾਂਕਿ ਉਹ ਯੁੱਧ ਜਿੱਤ ਨਹੀਂ ਪਾਇਆ ਸੀ, ਪਰ ਉਹਦੀ ਹਿੰਮਤ ਦੀ ਸਿਕੰਦਰ ਵੀ ਦਾਦ ਦਿੰਦਾ ਰਿਹਾ। ਉਹਦੀ ਹਿੰਮਤ ਨੂੰ ਸਿਕੰਦਰ ਵੀ ਮੰਨ ਗਿਆ। ਜਦੋਂ ਯੁੱਧ ਦੀ ਹਾਰ ਤੋਂ ਬਾਅਦ ਪੋਰਸ ਨੂੰ ਬੰਦੀ ਬਣਾ ਲਿਆ ਗਿਆ ਤਾਂ ਉਹਦੇ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਅਸੀਂ ਤੇਰੇ ਨਾਲ ਕਿੱਦਾਂ ਦਾ ਸਲੂਕ ਕਰੀਏ, ਤਾਂ ਉਹਦਾ ਜਵਾਬ ਸੀ ਕਿ ਮੇਰੇ ਨਾਲ ਰਾਜਿਆਂ ਵਰਗਾ ਸਲੂਕ ਕਰਿਓ। ਇਸ ਗੱਲ ਤੋਂ ਸਿਕੰਦਰ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਉਹਨੇ ਨਾ ਸਿਰਫ ਉਹਨੂੰ ਪੰਜਾਬ ਦਾ ਜਿੱਤਿਆ ਹੋਇਆ ਇਲਾਕਾ, ਜਿਹੜੇ ਇਲਾਕੇ ਦਾ ਪੋਰਸ ਪਹਿਲਾਂ ਹੀ ਸ਼ਾਸਕ ਸੀ, ਉਹ ਵਾਪਸ ਦੇ ਦਿੱਤਾ, ਉਹਦਾ ਸ਼ਾਸਕ ਉਹਨੂੰ ਥਾਪ ਦਿੱਤਾ, ਬਲਕਿ ਉਹਦੇ ਆਸ-ਪਾਸ ਲੱਗਦੇ ਇਲਾਕਿਆਂ ਦਾ ਸ਼ਾਸਨ ਵੀ ਉਹਨੇ ਪੋਰਸ ਨੂੰ ਸੌਂਪ ਦਿੱਤਾ। ਤਾਂ ਉਹ ਹਿੰਮਤ ਦੀ ਦਾਦ ਸੀ, ਹਿੰਮਤ ਦੀ ਪਰਿਭਾਸ਼ਾ, ਉਹ ਹਿੰਮਤ ਜਿਹੜੀ ਉਹਨਾਂ ਸਮਿਆਂ ਤੋਂ ਸਾਡੇ ਖੂਨ ਦੇ ਵਿੱਚ ਚੱਲੀ ਆ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਲਮ ਦੇ ਨਾਲ ਵਿਦਰੋਹ ਕੀਤਾ, ਆਪਣੀ ਸੋਚ ਦੇ ਨਾਲ ਵਿਦਰੋਹ ਕੀਤਾ, ਆਪਣੀਆਂ ਰਚਨਾਵਾਂ ਦੇ ਨਾਲ ਵਿਦਰੋਹ ਕੀਤਾ। ਉਹਨਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਵੀ ਦਰਜ ਨੇ। ਬੇਸ਼ੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1288ਵੇਂ ਅੰਗ ਤੇ ਦਰਜ ਸ਼ਬਦ
ਦੂਜੇ ਦੇ ਵਿੱਚ ਲਿਖੀਆਂ ਹੋਈਆਂ ਪੰਕਤੀਆਂ ਕਿ ਰਾਜੇ ਸੀ ਮੁਕੱਦਮ ਕੁੱਤੇ ਉਸ ਵਕਤ ਦੇ ਸ਼ਾਸਕਾਂ ਨੂੰ ਟਿੱਪਣੀ ਕਰਦਿਆਂ ਕਹੀਆਂ ਗਈਆਂ ਨੇ ਕਿ ਉਸ ਵਕਤ ਦੇ ਜੋ ਸ਼ਾਸਕ ਸਨ ਉਹ ਬਘਿਆੜਾਂ ਵਰਗੇ ਹੋ ਗਏ ਸਨ ਤੇ ਉਹਨਾਂ ਦੇ ਥੱਲੇ ਕੰਮ ਕਰਦੇ ਹੋਏ ਮੁਲਾਜ਼ਮ ਕੁੱਤਿਆਂ ਵਰਗੇ ਹੋ ਗਏ ਸਨ। ਉਹਨਾਂ ਕੁੱਤਿਆਂ ਦੇ ਰਾਹੀਂ ਜਾਂ ਉਹਨਾਂ ਕੁੱਤਿਆਂ ਰੂਪ ਮੁਲਾਜ਼ਮਾਂ ਦੇ ਰਾਹੀਂ ਬਘਿਆੜਾਂ ਵਰਗੇ ਸ਼ਾਸਕ ਲੋਕਾਂ ਦਾ ਖੂਨ ਚੂਸ ਰਹੇ ਸਨ। ਤੇ ਜਾਂ ਫਿਰ ਅੰਗ ਨੰਬਰ 722 ਦੇ ਉੱਪਰ ਦਰਜ ਸ਼ਬਦ ਦੇ ਵਿੱਚ ਲਿਖੀਆਂ ਪੰਕਤੀਆਂ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨਵੇ ਲਾਲੋ। ਭਾਈ ਲਾਲੋ ਜੀ ਨਾਲ ਹੋਈ ਆਪਣੀ ਵਾਰਤਾਲਾਪ ਨੂੰ ਦਰਜ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਰ ਦੀ ਭਾਰਤ ਦੇ ਉੱਤੇ ਚੜ੍ਹਾਈ ਦੀ ਗੱਲ ਕਰਦੇ ਨੇ, ਉਹਦਾ ਵੀ ਵਿਦਰੋਹ ਕਰਦੇ ਨੇ ਕਿ ਕਿਸ ਪ੍ਰਕਾਰ ਉਹਨੇ ਲੋਕਾਂ ਦੇ ਉੱਪਰ ਜ਼ੁਲਮ ਢਾਇਆ ਹੈ। ਸੋ ਅੱਜ ਫੇਰ ਸਾਡੇ ਕਿਸਾਨ ਸਾਥੀਆਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਅਸੀਂ ਉਸ ਵੰਸ਼ 'ਚੋਂ ਹਾਂ ਜਿਸ ਵੰਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਪੈਰੋਕਾਰ ਤੇ ਪੋਰਸ ਵਰਗੇ ਯੋਧੇ ਪੈਦਾ ਹੋਏ ਨੇ। ਤੇ ਇਹ ਗੱਲ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੀ ਨਹੀਂ ਮੁੱਕੀ, ਉਸ ਤੋਂ ਬਾਅਦ ਵੀ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਸਾਨੂੰ ਦੇਖਣ ਨੂੰ ਮਿਲੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਾਰਨਾ ਹੋਵੇ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਹਾਉਣੀ ਹੋਵੇ, ਸਿੰਘਾਂ ਦਾ ਚਰਖੜਿਆਂ ਤੇ ਚੀਰਿਆ ਜਾਣਾ ਹੋਵੇ, ਇਹ ਸਾਰੀਆਂ ਘਟਨਾਵਾਂ ਇਸ ਗੱਲ ਨੂੰ ਦਰਸਾਉਂਦੀਆਂ ਹਨ ਕਿ ਕਦੇ ਗਲਤ ਨੂੰ ਗਲਤ ਕਹੇ ਬਿਨਾਂ ਅਸੀਂ ਰਹਿ ਨਹੀਂ ਸਕੇ, ਕਿਸੇ ਦੇ ਦਬਾਅ ਹੇਠ ਆ ਕੇ ਦੱਬੇ ਨਹੀਂ। ਜੇ ਕੁਝ ਗਲਤ ਸੀ ਤਾਂ ਹਿੱਕ ਠੋਕ ਕੇ ਉਹਨੂੰ ਗਲਤ ਕਿਹਾ, ਉਹਦਾ ਖਮਿਆਜਾ ਭਾਵੇਂ ਕਿੱਡਾ ਵੀ ਭਿਆਨਕ ਭੁਗਤਣਾ ਪਿਆ, ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਖਿੜੇ ਮੱਥੇ ਉਸ ਖਮਿਆਜੇ ਨੂੰ ਵੀ ਸਵੀਕਾਰ ਕਰ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਖਾਸ ਕਰਕੇ ਸਾਨੂੰ ਇੱਕ ਚੀਜ਼ ਹੋਰ ਵੀ ਸਿਖਾਉਂਦੇ ਨੇ ਕਿ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਇੱਕ ਗੱਲ ਹੈ, ਉਸ ਪਰਮਾਤਮਾ ਦੇ ਭਾਣੇ ਨੂੰ ਮੰਨਣਾ ਵੀ ਜ਼ਰੂਰੀ ਹੈ। ਇਸ ਗੱਲ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਜੇ ਕੋਈ ਸ਼ਾਸਕ ਜ਼ੁਲਮ ਕਰ ਰਿਹਾ ਹੈ ਤਾਂ ਉਹ ਵੀ ਉਹਦੀ ਪਰਮਾਤਮਾ ਦੀ ਰਜ਼ਾ ਅਧੀਨ ਹੀ ਹੈ। ਇਹ ਮਾਇਆ ਪ੍ਰਵਿਰਤੀ, ਇਹ ਚੰਗਾ ਮਾੜਾ, ਇਹ ਜ਼ੁਲਮ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਦੀ ਹਿੰਮਤ ਸਭ ਕੁਝ ਉਸ ਪਰਮਾਤਮਾ ਦਾ ਹੀ ਤਿਆਰ ਕੀਤਾ ਹੋਇਆ ਹੈ। ਅੰਗ ਨੰਬਰ 722 ਦੇ ਉੱਪਰ ਵਿਰਾਜਮਾਨ ਸ਼ਬਦ ਦੀ ਜੋ ਅਸੀਂ ਗੱਲ ਕੀਤੀ ਹੈ, ਉਸੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ, ਕਿ ਜਿਨਨੇ ਇਹ ਸਾਰਾ ਘਟਨਾਕ੍ਰਮ ਰਚਿਆ ਹੈ ਉੱਪਰ ਬੈਠਾ ਉਹ ਸਾਰੇ ਘਟਨਾਕ੍ਰਮ ਨੂੰ ਵੇਖ ਵੀ ਰਿਹਾ ਹੈ। ਜਦੋਂ ਨਿਆਂ ਕਰਨ ਦਾ ਵੇਲਾ ਆਇਆ ਤਾਂ ਉਹ ਨਿਆਂ ਜ਼ਰੂਰ ਕਰਦਾ ਹੈ। ਤੇ ਉਸੇ ਸ਼ਬਦ ਦੀ ਆਖਰੀ ਪੰਕਤੀ ਗੁਰੂ ਜੀ ਕਹਿੰਦੇ ਹਨ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਨਾਈਸੀ ਸੱਚ ਕੀ ਬੇਲਾ, ਕਿ ਭਾਵੇਂ ਜੋ ਕੁਝ ਵੀ ਹੈ ਸੰਸਾਰ ਦੇ ਵਿੱਚ ਕਿੰਨਾ ਵੀ ਅਤਿਆਚਾਰ ਹੋ ਰਿਹਾ ਹੋਵੇ, ਪਰ ਨਾਨਕ ਫੇਰ ਵੀ ਉਸ ਸੱਚੇ ਦੀ, ਉਸ ਵਾਹਿਗੁਰੂ ਦੀ, ਉਸ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਦਾ ਹੈ। ਕਦੇ ਉਹਨੂੰ ਨਿੰਦਿਆ ਨਹੀਂ, ਕਦੇ ਉਹਦੇ ਤੇ ਸਵਾਲ ਖੜਾ ਨਹੀਂ ਕੀਤਾ ਕਿ ਹੇ ਪਰਮਾਤਮਾ ਐਸਾ ਕਿਉਂ ਹੋ ਰਿਹਾ ਹੈ। ਸਦਾ ਉਹਦੀ ਸਿਫਤ ਸਲਾਹ ਹੀ ਕੀਤੀ ਹੈ, ਕਿਉਂਕਿ ਗੁਰੂ ਜੀ ਕਹਿੰਦੇ ਨੇ ਕਿ ਸੱਚ ਸੁਨਾਈਸੀ ਸੱਚ ਕੀ ਬੇਲਾ, ਕਿ ਇਹ ਜੋ ਬੇਲਾ ਹੈ, ਜੋ ਮਨੁੱਖਾ ਜਨਮ ਤੁਹਾਨੂੰ ਮਿਲਿਆ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਹੀ ਮਿਲਿਆ ਹੈ। ਇਸ ਸਮੇਂ ਦਾ ਸਹੀ ਉਪਯੋਗ ਉਹਦੀ ਸਿਫਤ ਸਲਾਹ ਕਰਨਾ ਹੀ ਹੈ। ਉਹ ਤੋਂ ਇਲਾਵਾ ਬਾਕੀ ਸਭ ਕੁਝ ਮਾਇਆ ਪ੍ਰਵਿਰਤੀ ਹੈ। ਸੋ ਆਓ ਰਲ ਕੇ ਅਰਦਾਸ ਕਰੀਏ ਉਸ ਪਰਮਾਤਮਾ ਦੇ ਅੱਗੇ ਕਿ ਹੇ ਪਰਮਾਤਮਾ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਇਸ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਅੱਜ ਸਾਡੇ ਕਿਸਾਨ ਸਾਥੀਆਂ ਨੂੰ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਮਾਤਾਂ ਨੂੰ ਮੌਜੂਦਾ ਸ਼ਾਸਕਾਂ ਵੱਲੋਂ ਪਾਸ ਕੀਤੇ ਹੋਏ ਬਿੱਲਾਂ ਕਰਕੇ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਤੇਰੀ ਰਜ਼ਾ ਅਨੁਸਾਰ ਨਿਆਂ ਹੋਏਗਾ ਤੇ ਸਭਨਾਂ ਦੀਆਂ ਤਕਲੀਫਾਂ ਦੂਰ ਹੋਣਗੀਆਂ। ਪਰਮਾਤਮਾ ਦੋਹਾਂ ਧਿਰਾਂ ਨੂੰ ਸਮੱਤ ਬਖਸ਼ੇ ਤੇ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਹੋਵੇ, ਸਰਬੱਤ ਦਾ ਭਲਾ ਹੋਵੇ, ਕਿਸੇ ਤੇ ਵੀ ਕੋਈ ਆਂਚ ਨਾ ਆਵੇ। ਇਸੇ ਅਰਦਾਸ ਬੇਨਤੀ ਦੇ ਨਾਲ ਤੇ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।